ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਵਿਸ਼ਰਾਮ ਚਿੰਨ੍ਹਾਂ ਦੀ ਜਾਂ ਫਿਰ ਪੰਕਚੁਏਸ਼ਨ ਮਾਰਕਸ ਦੀ। ਜੇ ਤੁਸੀਂ ਧਿਆਨ ਦੇਵੋ ਜਦੋਂ ਵੀ ਆਪਾਂ ਬੋਲਦੇ ਹਾਂ ਜਾਂ ਕੁਝ ਪੜ੍ਹਦੇ ਹਾਂ ਸੋ ਅਸੀਂ ਆਪਣੇ ਹਾਵ ਭਾਵ ਨੂੰ ਬਦਲਦੇ ਰਹਿੰਦੇ ਹਾਂ। ਜਦੋਂ ਕੋਈ ਨਾਵਲ ਪੜ੍ਹਿਆ ਜਾਂਦਾ ਹੈ ਸੋ ਉੱਥੇ ਜਿਸ ਹਿਸਾਬ ਨਾਲ ਵੀ ਪੰਕਚੁਏਸ਼ਨ ਲੱਗੀ ਹੁੰਦੀ ਹੈ ਜਾਂ ਜਿਸ ਹਿਸਾਬ ਨਾਲ ਵੀ ਇਹ ਨਿੱਕੇ ਨਿੱਕੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਆਪਾਂ ਉਸ ਹਿਸਾਬ ਨਾਲ ਹੀ ਕਦੀ ਉੱਚੀ ਬੋਲਦੇ ਹਾਂ, ਕਦੀ ਆਵਾਜ਼ ਨੂੰ ਨੀਵੀਂ ਕਰਦੇ ਹਾਂ, ਕਦੀ ਥੋੜੇ ਜਿਹੇ ਸਹਿਜਪਣੇ ਨਾਲ ਬੋਲਦੇ ਹਾਂ, ਕਦੀ ਥੋੜਾ ਜਿਹਾ ਸਾਨੂੰ ਲੱਗਦਾ ਹੈ कि इत्थे रुक के सानू कुछ समझण दी लोड़ है। सो ये निक्के निक्के चिन्ह वो हन जिहड़े कि सानू ये दसदे हन कि लेखक कुछ भी जो लिख रहा है उहदी जिहड़ी लिखत है जां फिर जिहड़ा भी साडे सामने लिखती रूप विच कुछ आउंदा है उहदे विच दसना की चाह रहा है। अज आपां इन्हां निक्के निक्के पर बहुत ही जरूरी चिन्हां दी गल करांगे जिन्हां तो बगैर किसी भी बोली अते भाषा ने बहुत छेती नीरस हो जाना सी। सो चलो फिर अज दी वीडियो नूं शुरू करदे हां। ਜਦੋਂ ਵੀ ਆਪਾਂ ਕਿਸੇ ਭਾਸ਼ਾ ਜਾਂ ਲਿਖਤ ਦੀ ਗੱਲ ਕਰਦੇ ਹਾਂ ਸੋ ਉੱਥੇ ਅੱਖਰ ਹਨ, ਸ਼ਬਦ ਹਨ, ਵਾਕ ਹਨ, ਪਰ ਨਾਲ ਦੀ ਨਾਲ ਇਹ ਨਿੱਕੇ ਨਿੱਕੇ ਹੋਰ ਵੀ ਮਾਰਕ ਜਾਂ ਹੋਰ ਵੀ ਚਿੰਨ੍ਹ ਜ਼ਰੂਰ ਹੁੰਦੇ ਹਨ। ਇਹਨਾਂ ਦਾ ਮਕਸਦ ਹੁੰਦਾ ਹੈ ਕਿ ਸਾਡੇ ਸਾਹਮਣੇ ਉਸ ਲਿਖਤ ਦੇ ਸਹੀ ਅਰਥ ਨੂੰ ਪ੍ਰਗਟਾਉਣਾ। बहुत ਵੱਖਰੀ ਤਰ੍ਹਾਂ ਦੇ ਵਿਸ਼ਰਾਮ ਚਿੰਨ੍ਹ ਹੁੰਦੇ ਹਨ। ਕਈਆਂ ਦਾ ਮਕਸਦ ਹੁੰਦਾ ਹੈ ਉੱਥੇ ਹੀ ਵਾਕ ਨੂੰ ਖਤਮ ਕਰ ਦੇਣਾ, ਕਈਆਂ ਦਾ ਮਕਸਦ ਹੁੰਦਾ ਹੈ ਥੋੜਾ ਜਿਹਾ ਤੁਹਾਨੂੰ ਰੁਕਾਉਣਾ, ਕਈਆਂ ਦਾ ਮਕਸਦ ਹੁੰਦਾ ਹੈ ਕਿਸੇ ਐਕਸਟਰਾ ਇਨਫੋਰਮੇਸ਼ਨ ਨੂੰ ਤੁਹਾਡੇ ਸਾਹਮਣੇ ਰੱਖਣਾ। ਸੋ ਅੱਜ ਆਪਾਂ ਗੱਲ ਕਰਾਂਗੇ ਡੰਡੀ ਦੀ, ਪ੍ਰਸ਼ਨ ਚਿੰਨ੍ਹ ਦੀ, ਵਿਸਮਿਕ ਚਿੰਨ੍ਹ, ਕੌਮਾ, ਬਿੰਦੀ ਕੌਮਾ, ਦੁਬਿੰਦੀ ਡੈਸ਼, ਦੁਬਿੰਦੀ ਡੈਸ਼, ਜੋੜਨੀ, ਬ੍ਰੈਕਟ, ਪੁੱਠੇ ਕੌਮੇ, ਇਕਹਿਰੇ ਪੁੱਠੇ ਕੌਮੇ, ਛੁੱਟ ਮਰੋੜੀ ਤੇ ਬਿੰਦੀ। ਹੁਣ ਜਦੋਂ ਤੁਸੀਂ ਇਹਨਾਂ ਨੂੰ ਵੇਖ ਲਿਆ ਹੈ ਤਾਂ ਤੁਹਾਨੂੰ ਵੈਸੇ ਹੀ ਬਹੁਤ ਸਾਰਾ ਕੁਝ ਕਲੀਅਰ ਹੋ ਗਿਆ ਹੋਵੇਗਾ ਕਿਉਂਕਿ ਜੇ ਤੁਸੀਂ ਪੜ੍ਹਦੇ ਆ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਕਿਹੜੀ ਚੀਜ਼ ਦਾ ਕੀ ਮਕਸਦ ਹੁੰਦਾ ਹੈ। ਸ਼ੁਰੂਆਤ ਆਪਾਂ ਕਰਨੀ ਹੈ ਡੰਡੀ ਦੇ ਨਾਲ। ਸੋ ਡੰਡੀ ਇੱਕ ਲਾਈਨ ਇਦਾਂ ਖਿੱਚੀ ਹੁੰਦੀ ਹੈ, ਇਹਨੂੰ ਆਪਾਂ ਡੰਡੀ ਆਖ ਦਿੰਦੇ ਹਾਂ। ਹਿੰਦੀ ਵਿੱਚ ਵੀ ਇਸੇ ਦੀ ਹੀ ਵਰਤੋਂ ਹੁੰਦੀ ਹੈ ਪਰ ਅੰਗਰੇਜ਼ੀ ਦੇ ਵਿੱਚ ਆਪਾਂ ਬਿਲਕੁਲ ਇਸੇ ਥਾਂ ਤੇ ਹੀ ਲਾਉਂਦੇ ਹਾਂ ਪੀਰੀਅਡ। ਅਸਲ ਵਿੱਚ ਇਹਦਾ ਮਤਲਬ ਹੁੰਦਾ ਹੈ ਕਿ ਵਾਕ ਇੱਥੇ ਖਤਮ ਹੋ ਗਿਆ ਹੈ। ਸੋ ਜੇ ਆਪਾਂ ਕਹਿਣਾ ਹੈ ਸੰਦੀਪ ਬਾਜ਼ਾਰ ਚਲਾ ਗਿਆ ਤੇ ਬਾਅਦ ਵਿੱਚ ਆਪਾਂ ਲਾ ਦਿੱਤੀ ਡੰਡੀ, ਆਪਾਂ ਕਿਸੇ ਵੀ ਹੋਰ ਲਾਈਨ ਦਾ ਇੱਥੇ ਇਸਤੇਮਾਲ ਨਹੀਂ ਕੀਤਾ, ਆਪਾਂ ਕਿਸੇ ਵੀ ਹੋਰ ਪੰਕਚੁਏਸ਼ਨ ਮਾਰਕ ਦਾ ਇਸਤੇਮਾਲ ਨਹੀਂ ਕੀਤਾ। ਇਹਦਾ ਮਤਲਬ ਆਪਾਂ ਸਿਰਫ ਇੰਨੀ ਹੀ ਗੱਲ ਕਹਿਣਾ ਚਾਹੁੰਦੇ ਸੀ। ਸੋ ਡੰਡੀ ਜਿੱਥੇ ਵੀ ਲੱਗਦੀ ਹੈ ਉੱਥੇ ਵਾਕ ਖਤਮ ਹੋ ਜਾਂਦਾ ਹੈ, ਉੱਥੇ ਵਾਕ ਦਾ ਅੰਤ ਹੁੰਦਾ ਹੈ। ਫਿਰ ਆਉਂਦਾ ਹੈ ਪ੍ਰਸ਼ਨ ਚਿੰਨ੍ਹ, ਕੁਐਸਚਨ ਮਾਰਕ। ਇਹ ਹਿੰਦੀ ਵਿੱਚ ਵੀ, ਅੰਗਰੇਜ਼ੀ ਵਿੱਚ ਵੀ, ਪੰਜਾਬੀ ਵਿੱਚ ਵੀ ਇਹਦਾ ਕੰਮ ਸੇਮ ਹੁੰਦਾ ਹੈ। ਅਸੀਂ ਆਪਣੇ ਕੁਐਸਚਨ ਪੇਪਰਾਂ ਵਿੱਚ, ਐਗਜ਼ਾਮਸ ਵਿੱਚ ਵੇਖ ਹੀ ਚੁੱਕੇ ਹਾਂ ਕਿ ਜਦੋਂ ਕੁਐਸਚਨ ਮਾਰਕ ਲੱਗਿਆ ਹੁੰਦਾ ਹੈ ਇਹਦਾ ਮਤਲਬ ਸਾਨੂੰ ਅੱਗੇ ਉੱਤਰ ਦੇਣ ਦੀ ਲੋੜ ਹੁੰਦੀ ਹੈ। ਇਹਦਾ ਮਤਲਬ ਕੁਐਸਚਨ ਮਾਰਕ ਦਾ ਮਤਲਬ ਜਦੋਂ ਵੀ ਕਿਸੇ ਸੈਂਟੈਂਸ ਦੇ ਪਿੱਛੇ ਹੋਵੇ ਤਾਂ ਉਹ ਜਿਹੜਾ ਵਾਕ ਹੈ ਉਹ ਇੱਕ ਪ੍ਰਸ਼ਨ ਹੁੰਦਾ ਹੈ, ਉਹ ਸਾਡੇ ਤੋਂ ਕੁਝ ਨਾ ਕੁਝ ਪੁੱਛਿਆ ਗਿਆ ਹੁੰਦਾ ਹੈ। ਉਹਦੇ ਮਗਰ ਆਪਾਂ ਇਸ ਇੱਕ ਵਿਸ਼ਰਾਮ ਚਿੰਨ੍ਹ ਨੂੰ ਲਾਉਂਦੇ ਹਾਂ। ਕੀ ਤੂੰ ਪਾਸ ਹੋ ਗਿਆ? ਸੋ ਕੁਐਸਚਨ ਮਾਰਕ। ਤੁਸੀਂ ਕਿੱਥੇ ਰਹਿੰਦੇ ਹੋ? ਪਿੱਛੇ ਕੀ ਲੱਗ ਗਿਆ ਇੱਥੇ ਤੁਹਾਡੇ ਕੋਲ? ਕੁਐਸਚਨ ਮਾਰਕ ਭਾਵ ਕਿ ਪ੍ਰਸ਼ਨ ਚਿੰਨ੍ਹ। ਅਗਲਾ ਹੈ ਵਿਸਮਿਕ ਚਿੰਨ੍ਹ, ਐਕਸਕਲੇਮੇਸ਼ਨ ਮਾਰਕ। ਜਦੋਂ ਵੀ ਕਿਸੇ ਵਾਕ ਦੇ ਵਿੱਚ ਖੁਸ਼ੀ, ਹੈਰਾਨੀ, ਗਮ ਅਜਿਹੇ ਕਿਸੇ ਭਾਵ ਨੂੰ ਪ੍ਰਗਟਾਇਆ ਜਾਂਦਾ ਹੈ ਉੱਥੇ ਆਪਾਂ ਇਹਦਾ ਇਸਤੇਮਾਲ ਕਰਦੇ ਹਾਂ। ਇਹਦੀ ਗੱਲ ਆਪਾਂ ਕਰ ਚੁੱਕੇ ਹਾਂ ਜਦੋਂ ਆਪਾਂ ਵਿਸਮਿਕ ਦੀ ਗੱਲ ਕੀਤੀ ਸੀ। ਸੋ ਵਿਸਮਿਕ ਚਿੰਨ੍ਹ, ਐਕਸਕਲੇਮੇਸ਼ਨ, ਜਦੋਂ ਕਿ ਆਪਾਂ ਕਿਸੇ ਸਪੈਸ਼ਲ ਭਾਵ ਨੂੰ ਇੱਥੇ ਪ੍ਰਗਟਾਉਣਾ ਹੋਵੇ। ਸੋ ਜੇ ਆਪਾਂ ਕਹਿਣਾ ਹੈ ਵਾਹ ਅਤੇ ਉਸ ਤੋਂ ਬਾਅਦ ਵਿੱਚ ਆਪਾਂ ਇੱਕ ਲਾਈਨ ਖਿੱਚੀ, ਡੰਡੀ ਖਿੱਚੀ ਤੇ ਥੱਲੇ ਲਾ ਦਿੱਤੀ ਇੱਕ ਨਿੱਕੀ ਜੀ ਬਿੰਦੀ। ਵਾਹ ਰੋਟੀ ਬਹੁਤ ਸਵਾਦ ਸੀ। ਸੋ ਆਪਾਂ ਕਹਿਣਾ ਕੀ ਚਾਹ ਰਹੇ ਹਾਂ? ਸਾਨੂੰ ਖੁਸ਼ੀ ਹੋ ਰਹੀ ਹੈ ਸੋ ਇਸ ਕਰਕੇ ਆਪਾਂ ਵਾਹ ਦਾ ਇਸਤੇਮਾਲ ਕੀਤਾ ਹੈ ਅਤੇ ਇੱਥੇ ਆਪਾਂ ਲਾ ਦਿੰਦੇ ਹਾਂ ਇਸ ਐਕਸਕਲੇਮੇਸ਼ਨ ਮਾਰਕ ਨੂੰ। ਸੋ ਜ਼ਿਆਦਾਤਰ ਇਹ ਵਿਸਮਿਕ ਦੇ ਪਿੱਛੇ ਹੀ ਲੱਗਦਾ ਹੈ ਜਦੋਂ ਆਪਾਂ ਕਿਸੇ ਭਾਵ ਨੂੰ ਪ੍ਰਗਟਾਉਂਦੇ ਹਾਂ। ਉਸ ਤੋਂ ਬਾਅਦ ਵਿੱਚ ਆਪਾਂ ਪੂਰੇ ਦੇ ਪੂਰੇ ਵਾਕ ਦੀ ਗੱਲ ਕਰਦੇ ਹਾਂ ਤੇ ਉਹਦੇ ਬਾਅਦ ਵਿੱਚ ਲੱਗ ਜਾਂਦੀ ਹੈ ਡੰਡੀ। ਫਿਰ ਸਾਡੇ ਕੋਲ ਆਉਂਦੇ ਹਨ ਪੌਜ਼ਿੰਗ ਪੁਆਇੰਟਸ, ਜਿੱਥੇ ਆਪਾਂ ਥੋੜਾ ਜਿਹਾ ਰੁਕਣਾ ਹੁੰਦਾ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈ ਕੌਮਾ। ਸੋ ਪੰਜਾਬੀ ਵਿੱਚ ਵੀ ਕੌਮਾ ਹੁੰਦਾ ਹੈ, ਹਿੰਦੀ ਵਿੱਚ ਵੀ, ਜਾਂ ਫਿਰ ਅੰਗਰੇਜ਼ੀ ਦੀ ਗੱਲ ਕਰ ਲਈਏ ਉੱਥੇ ਵੀ ਆਪਾਂ ਕੌਮੇ ਦਾ ਹੀ ਇਸਤੇਮਾਲ ਕਰਦੇ ਹਾਂ। ਸੋ ਜਿੱਥੇ ਸਾਨੂੰ ਰੁਕਣ ਨੂੰ ਆਖਿਆ ਜਾਂਦਾ ਹੈ ਉੱਥੇ ਆਪਾਂ ਕੌਮੇ ਦਾ ਇਸਤੇਮਾਲ ਕਰਦੇ ਹਾਂ। ਜੇ ਮੈਂ ਕਹਿਣਾ ਹੋਵੇ ਮੈਂ ਘਰ ਗਈ, ਰੋਟੀ ਖਾਧੀ ਤੇ ਫਿਰ ਬਾਜ਼ਾਰ ਗਈ। ਸੋ ਮੈਂ ਘਰ ਗਈ, ਕੌਮਾ, ਰੋਟੀ ਖਾਧੀ ਤੇ ਫਿਰ ਬਾਜ਼ਾਰ ਗਈ। ਇੱਥੇ ਮੈਂ ਥੋੜਾ ਜਿਹਾ ਰੁਕਣਾ ਚਾਹ ਰਹੀ ਹਾਂ। ਮੈਂ ਘਰ ਗਈ, ਰੁਕ ਕੇ
मैं किसी नूं दसना की चाह रही हाँ कि उस तो मगरों फिर मैं रोटी खाधी अते फिर मैं बाजार गई। सो हल्के जे पॉज दे लई, थोड़े जे रुकण दे लई इत्थे आपां कौमे दा इस्तेमाल करदे हां। इस कौमे नूं सिखना बहुत जरूरी है, लिखण दे रूप विच भी अते बोलण दे समय भी। कई बार आपां वेखदे हां कि कई लोग जदों कुछ पढ़दे भी हन तो उहनूं बहुत ही ज़्यादा मज़ेदार नहीं रहण दिंदे, बस इक्को लाइन 'च ही बस तुसीं दबल्ली जाना हुंदा है। इंस्टैड जे तुसीं रुक के हर कौमे दे हिसाब नाल जिथे जिथे तुहानूं पॉज लाउण नूं आखिया गया है उदां रुक के पढ़दे हो, सो जो भी कुछ तुसीं पढ़ रहे हो उहदे विच बहुत ज़्यादा रस आ जांदा है। कौमे दी वरतों आपां बहुत सारियां थावां ते कर सकदे हां। पहली गल तां जदों साडे कोल बहुत सारे शब्द होण, मैं बाजार गई ते बहुत सारे सूट खरीदे, मैं नीला, लाल, पीला, हरा, जामनी सारे रंगां दे सूट खरीदे। जदों आपां इदां कहना है, सो मेरे कोल जिहड़े वखरे रंग हन इन्हां सब दे विच मैं एक कौमे दी वरतों कर दित्ती है, सो दैट कि मैं अलग अलग कर सकां, थोड़ा थोड़ा पॉज लै लवां। जे मैं कहना होवे नीला, लाल, जामनी, फिर उहदे विच कोई फर्क नहीं रहा, इंस्टैड नीला, लाल, जामनी इदां जदों मैं गल करदी हाँ सो उत्थे मैं कौमे दा इस्तेमाल कीता है ताकि मैं थोड़ा जिहा रुकना चाहुंदी हाँ ते इह कौमा जिहड़ा है उसे नूं ही डिनोट करदा है। कई बार वाक विच संबोधन कारक हुंदा है, सो जे आपां कहना होवे नी गल सुण, ओए किधर जाना है, सो जदों आपां इदां दी गल कहनी है सो नी दे पिछे ओए दे पिछे उत्थे आपां लाउंदे हां इह कौमे नूं। फिर कौमा वरतिया जांदा है जदों आपां पुट्ठे कौमे दा इस्तेमाल करदे हां, उन्हां तो पहलां पुट्ठे कौमे दी आपां गल करदे हां, पर जदों भी कदी उन्हां दा इस्तेमाल हुंदा है सो जदों आपां ओह गल कहनी है उस तो पहलां भी आपां कौमे दा इस्तेमाल करदे हां। सो जिवें आपां कहना होवे इह तां ओही गल होई, कौमा उस तो बाद विच आपां लाउणे हन इनवर्टेड कौमे, पुट्ठे कौमे। घड़े नूं हथ लाया, सारा टब्बर त्याया अते फिर इनवर्टेड कौमे बंद हो जाणगे इत्थे। सो अजिहे एक वाक दे विच भी आपां कौमे दा इस्तेमाल करदे हां। जां कई वार साडे वाक दा कोई अंश हुंदा है जिहदे बारे असीं स्पैसिफिकली दसना हुंदा है, उत्थे भी असीं कौमे दा इस्तेमाल करदे हां। लैट्स से कि इत्थे मैं कहना होवे सरदार मोहिंदर सिंह कौमा मेरे अध्यापक कौमा पठानकोट रहिंदे हन। सो जदों आपां इदां दी गल करदे हां, सो गल की हो रही है सरदार मोहिंदर सिंह दी, पर वो मेरे अध्यापक हैं, ये मैं उस वाक दा एक अंश है जिहड़ा कि एक्सट्रा उत्थे देना चाह रही हाँ। सो अजिहे जदों आपां वाक दी वरतों करदे हां उत्थे भी कौमा ही साडी मदद करता है। अगला है साडे कोल बिंदी कौमा, भाव कि सैमी कॉलन। सो एक बिंदी उहदे हेठां कौमा। सो इदां दे वाक वो हुंदे हन जिथे ठहराव हुंदा है पर थोड़ा जिहा ज़्यादा हुंदा है, क्योंकि थोड़ा ठहराव दा काम तां साडा कौमा कर देवेगा, पर जे आपां थोड़ा जिहा ज़्यादा रुकना है उत्थे आपां सैमी कॉलन जां फिर इस बिंदी कौमे दा इस्तेमाल करदे हां। सो इत्थे जे आपां उदाहरण लैनी होवे अज मौसम बहुत चंगा है, सो आपां बिंदी कौमा लाया। बदल छाए होए हन, बिंदी कौमा फेर लाया। मींह पैण दी आस है। सो जदों आपां इदां दा वाक लिखदे हां जिथे आपां लगदा है कि थोड़ा जिहा ठहरा दे के होर थोड़ा जिहा सोचण दी जां विचारन दी लोड़ है, उत्थे आपां वरतदे हां बिंदी जां फिर कौमे नूं जिहनूं आपां सैमी कॉलन आखदे हां। फिर साडे कोल आउंदी है दुबिंदी, दो बिंदियां जदों आपां ला दित्तियां हन, सो इहनूं आपां अंग्रेजी विच आखदे हां कॉलन। ज़्यादातर आम तौर ते जिहड़ा इहदा आपां इस्तेमाल करदे हां ओह जदों आपां किसी भी वर्ड नूं छोटा करना हुंदा है, उहदी एब्रीवेशन करनी हुंदी है, उहनूं निक्का करना हुंदा है, जदों आपां उदां करदे हां उत्थे आपां इन्हां दो बिंदियां नूं लाउंदे हां। जिवें आम तौर ते तुसीं वेखिया होवेगा आपां कहना होवे सरदार, सो सरदार सोहण सिंह जे आपां इदां कहना है, सो सरदार दी बजाए आपां सस्सा अते ओहदे मगर आपां इन्हां दो बिंदियां दा इस्तेमाल कर दिंदे हां। सो सरदार सोहण सिंह। इसे तरीके नाल जदों आपां डॉक्टर दी गल करदे हां, सो लैट्स से डॉक्टर रविंदर सिंह, सो डॉक्टर रविंदर सिंह विच आपां डॉक्टर पूरा पाउण दी बजाए डड्डा ओहनूं कन्ना ते पिछे इन्हां दो बिंदियां दा इस्तेमाल कर दिंदे हां। सो इस तरीके नाल कौमा, बिंदी कौमा अते दुबिंदी तुहाडे कोल आ गए हैं पॉजिंग पॉइंट्स जिथे थोड़ा जिहा ठहरा दिता जाता है, थोड़ा जिहा रुकिया जाता है। अगला विश्राम चिन्ह आउंदा है साडे कोल डैश। ये हाइफन नहीं है, जोड़नी नहीं है, इत्थे आपां डैश थोड़ा जिहा लंबे दा इस्तेमाल करदे हां। सो इहदी उदाहरण हो सकदी है जिवें आपां कहना होवे कि रोल नंबर 62 तो 70 इत्थे बैठ जाओ। सो 62 तो 70 दी बजाए आपां विच एक डैश दा इस्तेमाल कर दिंदे हां। इस तो इलावा जिवें आपां कहना होवे तू की मैं कर रहा है, सो मैं इन्हां नूं आपस में जोड़न दे लई भी आपां उत्थे एक डैश दा इस्तेमाल कर सकदे हां। अगली है साडे कोल दुबिंदी डैश, दो बिंदियां ते फिर उहदे सामने डैश लगी हुंदी है, ये ज़्यादातर वरती जांदी है। सो जदों आपां किसी चीज़ दी उदाहरण देनी है कि बाजारों की लियाउण वाला है, आपां इदां दो बिंदी डैश लाई, उहदे थल्ले आपां लिख दिंदे हां कपड़े, जुत्ते,
जूते, किताबां, पैन, इदां आपां वखरा वखरा वेरवा दे सकदे हां कि किहड़ियां-किहड़ियां चीज़ां दी आपां गल कर रहे हां। जां फिर जे आपां उदाहरण देनी होवे, सो जे आपां कहना होवे दुबई विच वेखण लायक बहुत थावां हन, सो इत्थे आपां दुबिंदी लाउंदे हां, फिर डैश लाउंदे हां ते इस तो बाद विच आपां उन्हां थावां दा जिक्र शुरू करदे हां। बुर्ज खलीफा, दुबई मॉल, बुर्ज अल अरब, मिरेकल गार्डन, ग्लोबल विलेज, इदां आपां वखरा वखरा फिर लिखना शुरू करदे हां। सो जदों आपां उदाहरण दिंदे हां जां किसी चीज़ दा वेरवा दिंदे हां, उत्थे आपां लाउंदे हां 2 बिंदियां अते एक डैश। अगली है साडे कोल जोड़नी भाव की हाइफन, बहुत ही ज़्यादा आसान है, तुसीं आम तौर ते पेपरां विच पे करदे रहे होवोगे। जदों आपां लिखदे हां, आपां एग्जाम विच आंसर दे रहे हुंदे हां, कोई साडे कोल वड्डा वर्ड है तां ओह लिखण दी जे साडे कोल थां नहीं बची, सो अद्धा असीं उत्थे लिख दित्ता, फिर एक छोटा जिहा हाइफन लाया, निक्की जी एक डंडी लाई, सो दैट कि यही शब्द दा अगला जिहड़ा हिस्सा हैगा, जिहड़ा बचा होया हिस्सा है, ओह अगली लाइन विच है। सो इत्थे भी इहदा इस्तेमाल हुंदा है। जां फिर जदों आपां 2 शब्द जोड़दे हां, जदों समास करदे हां, उत्थे भी इहदा इस्तेमाल हुंदा है। वाक वंड, शब्द वंड, देश निकाला, सो अजिहे जिहड़े शब्द हुंदे हन उत्थे भी आपां हाइफन दा इस्तेमाल करदे हां। नैक्सट है ब्रैकेट। सो एक गोल भी हो सकती है जां फिर ये स्क्वेयर भी हो सकती है। सो जदों इदां दी ब्रैकेट का इस्तेमाल करते हैं, अंग्रेजी का शब्द भी ब्रैकेट हुंदा है। इत्थे साडा मकसद हुंदा है किसी शब्द दे जां फिर वाक दे अर्थ नूं स्पष्ट करना। सो जे आपां कहना है कि मेरे अध्यापक ते आपां फिर ब्रैकेट विच पा दिता आपां किन्ना दी गल कर रहे हां। सो मेरे अध्यापक इदां आपां ब्रैकेट विच पाया प्रीतम सिंह इत्थे रहिंदे हन। जदों आपां इदां दी गल करदे हां तां आपां एक्सट्रा एक अर्थ देण दी कोशिश कर रहे हां। इस तो इलावा जे तुसीं एकांगी पढ़ी होवे, नाटकां नूं जिवें लिखिया जांदा है ओहदे विच, सो उत्थे लिखिया हुंदा है कि राम ते फिर ब्रैकेट विच लिखिया हुंदा है चाह पींदा होया, अते उस तो बाद जो भी उहदा डायलॉग हुंदा है ओह इत्थे लिखिया हुंदा है। सो इदां भी इहदी वरतों हुंदी है। जदों आपां नंबर्स दी गल करदे हां, अंकां दी गल करदे हां, उहनां नूं भी ब्रैकेट विच पाया जांदा है। सो इस तरीके नाल तुसीं ब्रैकेट नूं वख-वख तर੍ਹਾਂ नाल वरत सकदे हो ते दोवें तर੍ਹਾਂ दी ब्रैकेट दी वरतों इत्थे हो सकदी है। फिर आउंदे हन साडे कोल पुट्ठे कॉमे। सो लिटरली इनवर्टेड कॉमास, जिहड़े कॉमास पुट्ठे हुंदे हन, एक पासे ते एक पासे सिद्धे हुंदे हन। सो इन्हां कॉमा दा इस्तेमाल आपां पहला करदे हां जदों आपां किसी दे कहे नूं बिल्कुल उसे तरीके नाल ही कहना है। सो जदों आपां कहना है कि उन्हें क्या, इस तो बाद विच आपां इनवर्टेड कॉमास पाए और उत्थे आपां लिखना शुरू किया मैं अज स्कूल नहीं आवांगा ते इनवर्टेड कॉमा आपां बंद कर दिते। सो क्या उन्हें है, इत्थे तुसीं नहीं कह रहे हो। सो जिहड़ा इहदे विच मैं है ओहदे बारे गल हो रही है। सो अजिहे वाक दे लई भी आपां इनवर्टेड कॉमास, जदों किसी दे कहे दे लई आपां कुछ कहना है, उत्थे आपां इनवर्टेड कॉमास जां फिर पुट्ठे कॉमे दा इस्तेमाल करते हां। अगला है कि जदों आपां किसी बारे थोड़ी जी एक्स्ट्रा इन्फॉर्मेशन देनी होवे, सो लेट्स से कि आपां कहना है गुरप्रीत सिंह अते पिछे आपां पा दिता प्रीत, हो सकदा आम तौर ते उहदा उही नाम वरतिया जांदा होवे। सो गुरप्रीत सिंह प्रीत ने ये गल आखी। ये आम तौर ते वेखण नूं मिलदा है जदों आपां लेखकां दी गल करदे हां। सो उत्थे एक तां अपना नाम हुंदा है, नाल एक पेन नेम भी हुंदा है। सो इस करके उत्थे इनवर्टेड कॉमा दा इस्तेमाल कीता जांदा है। फिर आपां इहदी वरतों करदे हां जदों आपां किसी स्पैसिफिक चीज़ दा वेरवा देना है, जिवें कि जे आपां कहना होवे पंजाबी विच बहुत सारे अखबार छपदे हन। सो आपां इनवर्टेड कॉमा शुरू कीता अजीत ते फिर इनू बंद कर दिता पंजाबी ट्रिब्यून, स्पोक्समैन। सो इस तरीके नाल तुसीं वखरे वखरे अखबारां ने, रसाले ने, पब्लिकेशनस ने, जदों तुसीं उन्हां दा नाम पा रहे हो उत्थे भी तुसीं इनवर्टेड कॉमा जां फिर पुट्ठे कॉमिਆਂ दा इस्तेमाल कीता है। इस तो इलावा जे आपां किसी अटल सच्चाई दी, मुहावरे दी जां अखाण दी गल करनी होवे, उहनूं एग्जैक्टली उसे तरीके नाल लिखना होवे। सो इत्थे जे आपां कहना है ये तां सारे ही जाणदे ने, फिर इनवर्टेड कॉमा शुरू करदे हां कि राणी अपने पैर धोंदियां गोली नहीं बन जांदी। सो इत्थे आपां उहनूं बंद करदे हां इनवर्टेड कॉमास नूं। सो अजिहे जिहड़े वाक हुंदे हन उन्हां लई भी आपां इन्हां इनवर्टेड कॉमास दा जां फिर पुट्ठे कॉमिਆਂ दा इस्तेमाल करदे हां। फिर आउंदे हन इकहरे पुट्ठे कामे। सो इनवर्टेड कॉमास तां हुंदे हन पर कल्ले कल्ले हुंदे हन। पहलां जदों आपां गल कीती सी सो 2 कॉमे पहलां सी, 2 पिछे सी, इत्थे हुण कल्ले कल्ले होणगे, एक पहलां होवेगा एक बाद विच होवेगा। इत्थे आपां जदों किसी आपां चीज़ वाल, स्पैशल एक चीज़ वाल किसी वाक विच ध्यान दिवाउणा है, सो उत्थे आपां इहदा इस्तेमाल करदे हां। सो इहदी उदाहरण वजों जे आपां लईए, सो महिंदर ने सुरिंदर नूं कोई भी तीर तुक्का लाउण नूं किहा। सो तीर तुक्का लाउण इहनूं आपां लावांगे इत्थे इकहरे पुट्ठे कॉमिਆਂ दे विच। फिर आउंदा है साडे कोल छुट मरोड़ी, जिन्हों कि अंग्रेजी दे विच आपां आखदे हां अपोस्ट्रोफी। हुण अंग्रेजी दे विच जिवें इहदी वरतों हुंदी है, उत्थे आपां ज़्यादातर 2 शब्दां नूं इकट्ठा कर रहे हुंदे हां। आपां कहना है कि
I am ਉਹਦੀ ਬਜਾਏ I ਦੇ ਉੱਤੇ ਆਪਾਂ ਇਹਦਾ apostrophe ਲਾਈ M ਦੀ ਵਰਤੋਂ ਕਰ ਦਿੱਤੀ। You have ਉੱਥੇ ਆਪਾਂ U ਲਿਖਿਆ, apostrophe ਲਾਈ VE ਲਿਖਣਾ ਸ਼ੁਰੂ ਕਰ ਦਿੱਤਾ। ਪਰ ਪੰਜਾਬੀ ਦੇ ਵਿੱਚ ਆਪਾਂ ਜਦੋਂ ਕਿਸੇ ਸ਼ਬਦ ਵਿੱਚੋਂ ਕਿਸੇ ਅੱਖਰ ਨੂੰ ਕੱਢਦੇ ਹਾਂ ਸੋ ਉਹਦੀ ਬਜਾਏ ਆਪਾਂ ਇੱਥੇ ਛੋਟੀ ਜਿਹੀ ਛੁੱਟ ਮਰੋੜੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਜਿਵੇਂ ਕਿ ਉੱਤੋਂ, ਉੱਤੋਂ ਜਿਹੜਾ ਸ਼ਬਦ ਹੈ ਉਹਦੀ ਬਜਾਏ ਜਦੋਂ ਆਪਾਂ ਕਹਿੰਦੇ ਹਾਂ ਤੋਂ, ਸੋ ਤੋਂ ਦੇ ਉੱਤੋਂ ਜਦੋਂ ਇਹ ਨਿੱਕੀ ਜਿਹੀ ਲੱਗੀ ਹੁੰਦੀ ਹੈ ਅਪੋਸਟ੍ਰੋਫੀ ਲਾਈ ਹੁੰਦੀ ਹੈ, ਇੱਕ ਛੁੱਟ ਮਰੋੜੀ ਲਾਈ ਹੁੰਦੀ ਹੈ, ਇਹਦਾ ਮਤਲਬ ਉੱਤੋਂ ਹੁੰਦਾ ਹੈ, ਕਿਉਂਕਿ ਅਦਰਵਾਈਜ਼ ਤੋਂ ਦਾ ਮਤਲਬ ਹੋਵੇਗਾ ਉੱਥੋਂ। ਸੋ ਇੱਥੋਂ ਵੀ ਸਾਨੂੰ ਸਮਝਣ ਦੀ ਲੋੜ ਹੈ। ਜਾਂ ਆਪਾਂ ਕਹਿਣਾ ਹੈ ਵਿੱਚੋਂ, ਸੋ ਵਿੱਚੋਂ ਦੀ ਬਜਾਏ ਆਪਾਂ ਕਹਿੰਦੇ ਹਾਂ ਚੋਂ, ਸੋ ਚੋਂ ਲਿਖਿਆ, ਉਹਦੇ ਅੱਗੇ ਆਪਾਂ ਨਿੱਕੀ ਜਿਹੀ ਅਪੋਸਟ੍ਰੋਫੀ ਲਾ ਦਿੱਤੀ। ਹੁਣ ਅਖੀਰ ਵਿੱਚ ਸਾਡੇ ਕੋਲ ਆਉਂਦੀ ਹੈ ਬਿੰਦੀ। ਹੁਣ ਇਹ ਹੁੰਦੀ ਹੈ ਡਾਟ, ਨਾ ਕਿ ਪੀਰੀਅਡ। ਪਹਿਲੀ ਗੱਲ ਤਾਂ ਜਦੋਂ ਆਪਾਂ ਨੰਬਰ ਲਿਖਦੇ ਹਾਂ ਸੋ 1 2 3 ਉਹਦੇ ਪਿੱਛੇ ਆਪਾਂ ਲਾਉਣਾ ਸ਼ੁਰੂ ਕਰ ਦਿੱਤਾ ਹੈ, ਜਾਂ ਫਿਰ ਜਦੋਂ ਆਪਾਂ ਕਿਸੇ ਸ਼ਬਦ ਦਾ ਸੰਖੇਪ ਰੂਪ ਵਰਤਦੇ ਹਾਂ, ਭਾਵ ਕਿ ਆਪਾਂ ਐਬਰੀਵੇਸ਼ਨ ਵਰਤਦੇ ਹਾਂ, ਸੋ ਆਪਾਂ ਕਹਿਣਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ। ਇਹਦੀ ਬਜਾਏ ਆਪਾਂ ਪਹਿਲੇ ਅੱਖਰ ਲੈ ਲਏ ਅਤੇ ਉਹਦੇ ਪਿੱਛੇ ਆਪਾਂ ਬਿੰਦੀ ਲਾਉਣੀ ਸ਼ੁਰੂ ਕਰ ਦਿੱਤੀ, ਸੋ ਉੱਥੇ ਵੀ ਇਹਦੀ ਵਰਤੋਂ ਹੁੰਦੀ ਹੈ। ਤੀਜਾ ਨੂੰ ਆਮ ਤੌਰ ਤੇ ਵਰਤਿਆ ਜਾ ਰਿਹਾ ਹੈ ਜਦੋਂ ਆਪਾਂ ਡਿਗਰੀ ਦੀ ਗੱਲ ਕਰ ਰਹੇ ਹਾਂ, ਸੋ MA BA ਅਜਿਹੇ ਜਿਹੜੇ ਸ਼ਬਦ ਹਨ ਉੱਥੇ ਵੀ ਆਪਾਂ ਇਸ ਬਿੰਦੀ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਸੋ ਇਸ ਤਰੀਕੇ ਨਾਲ ਤੁਸੀਂ ਜਾਣਿਆ ਕਿ ਕਿੰਨੇ ਸਾਰੇ ਹਨ ਪੰਕਚੁਏਸ਼ਨ ਮਾਰਕਸ। ਕਈ ਰੁਕਣ ਨੂੰ ਕਹਿੰਦੇ ਹਨ, ਕਈ ਠਹਿਰਨ ਨੂੰ ਕਹਿੰਦੇ ਹਨ, ਕਈ ਸੋਚਣ ਨੂੰ ਕਹਿੰਦੇ ਹਨ, ਕਈ ਤੁਹਾਡੇ ਸਾਹਮਣੇ ਅੱਗੇ ਵਿਸਤਾਰਪੂਰਵਕ ਗੱਲਾਂ ਕਰਨ ਨੂੰ ਕਹਿੰਦੇ ਹਨ। ਸੋ ਇਹਨਾਂ ਵੱਖਰੇ ਪੰਕਚੁਏਸ਼ਨ ਮਾਰਕਸ ਦਾ, ਵੱਖਰੇ ਵਿਸ਼ਰਾਮ ਚਿੰਨ੍ਹਾਂ ਦਾ ਇੱਕ ਵੱਖਰਾ ਮਕਸਦ ਹੁੰਦਾ ਹੈ ਇੱਕ ਵਾਕ ਦੇ ਵਿੱਚ। ਸੋ ਜਦੋਂ ਵੀ ਕਿਸੇ ਵਾਕ ਨੂੰ ਤੁਸੀਂ ਪੜ੍ਹਦੇ ਹੋ ਇਹਨਾਂ ਨੂੰ ਜ਼ਰੂਰ ਸਮਝ ਕੇ ਪੜ੍ਹੋ, ਸੋ ਦੈਟ ਕਿ ਤੁਸੀਂ ਵੀ ਵਾਕ ਨੂੰ ਸਹੀ ਤਰੀਕੇ ਨਾਲ ਸਮਝ ਪਾਵੋ, ਤੇ ਕਿਤੇ ਜੇ ਤੁਸੀਂ ਕਿਸੇ ਨੂੰ ਉੱਚੀ ਬੋਲ ਕੇ ਸੁਣਾ ਰਹੇ ਹੋ ਤਾਂ ਅਗਲਾ ਵੀ ਧਿਆਨ ਨਾਲ ਤੇ ਥੋੜਾ ਜਿਹਾ ਰਸ ਲੈ ਕੇ ਉਹਨੂੰ ਸੁਣੇ। ਸੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਲਾਈਕ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਦੇ ਲਈ ਧੰਨਵਾਦ।